क्लास ਅੱਜ ਆਪਾਂ ਕਰਾਂਗੇ ਨਾਗਰਿਕ ਸ਼ਾਸਤਰ ਦਾ ਲੈਸਨ ਨੰਬਰ 20ਵਾਂ ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ। ਸਾਡਾ ਦੇਸ਼ ਇੱਕ ਖੇਤਰੀ ਪ੍ਰਧਾਨ ਦੇਸ਼ ਹੈ। ਇੱਥੇ ਦੀ ਲਗਭਗ 75% ਜਿਹੜੀ ਜਨਸੰਖਿਆ ਉਹ ਪਿੰਡਾਂ ਵਿੱਚ ਰਹਿੰਦੀ ਹੈ। ਭਾਰਤ ਵਿੱਚ ਪਿੰਡਾਂ ਦੀ ਗਿਣਤੀ 6 ਲੱਖ ਦੇ ਕਰੀਬ ਹੈ। ਇਸੇ ਲਈ ਇਸ ਨੂੰ ਪਿੰਡਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਹ ਸਾਰੇ ਪਿੰਡ ਦੂਰ ਦਹਾੜੇ ਇਲਾਕੇ ਵਿੱਚ ਅਤੇ ਸ਼ਹਿਰਾਂ ਤੋਂ ਬਹੁਤ ਦੂਰ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪਿੰਡ ਕਿਸੇ ਵੀ ਦੇਸ਼ ਦੇ ਸੰਗਠਿਤ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ। ਠੀਕ ਹੈ ਜੀ। ਨੈਕਸਟ ਦੇਖੋ, ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਵਿੱਚ ਹੁਣ ਜਿਹੜੇ ਹੈ 28 ਰਾਜ ਹਨ ਅਤੇ 9 ਜਿਹੜੇ ਹੈ ਕੇਂਦਰ ਪ੍ਰਸ਼ਾਸਿਤ ਖੇਤਰ ਹਨ। ਇੰਨੇ ਵੱਡੇ ਦੇਸ਼ ਦਾ ਰਾਜ ਪ੍ਰਬੰਧ ਕੇਂਦਰੀ ਸਰਕਾਰ ਇਕੱਲੀ ਜਿਹੜੀ ਹੈ ਨਹੀਂ ਚਲਾ ਸਕਦੀ। ਇਸ ਲਈ ਸੰਵਿਧਾਨ ਬਣਾਉਣ ਵਾਲਿਆਂ ਨੇ ਭਾਰਤ ਵਿੱਚ ਜਿਹੜੀ ਹੈ ਸੰਘਾਤਮਕ ਸਰਕਾਰ ਦੀ ਸਥਾਪਨਾ ਕੀਤੀ। ਸੰਘਾਤਮਕ ਸਰਕਾਰ ਵਿੱਚ ਇੱਕ ਕੇਂਦਰੀ ਸਰਕਾਰ ਅਤੇ ਬਾਕੀ ਰਾਜ ਸਰਕਾਰਾਂ ਹੁੰਦੀਆਂ ਹਨ। ਇਸ ਸਮੇਂ ਭਾਰਤ ਦੇ ਵਿੱਚ ਕੇਂਦਰੀ ਸਰਕਾਰ ਅਤੇ 28 ਰਾਜ ਸਰਕਾਰਾਂ ਹਨ। ਰਾਜਾਂ ਦੇ ਪ੍ਰਬੰਧ ਨੂੰ ਕੁਸ਼ਲਤਾਪੂਰਵਕ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਅੱਗੇ ਇਸ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਗਿਆ ਹੈ। ਸਾਡੇ ਪੰਜਾਬ ਦੇ ਵਿੱਚ ਕਿੰਨੇ ਹੈ? ਕੁੱਲ 23 ਜ਼ਿਲ੍ਹੇ ਹਨ। ਤੁਸੀਂ ਜਾਣਦੇ ਹੋ ਕਿ ਮਲੇਰਕੋਟਲਾ ਕੁਝ ਦੇਰ ਪਹਿਲੇ ਹੀ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ, ਉਹਨੂੰ ਜ਼ਿਲ੍ਹਾ ਬਣਾਇਆ ਗਿਆ ਹੈ। ਲੋਕਤੰਤਰੀ ਸਰਕਾਰ ਵਿੱਚ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਗ੍ਰਾਮ ਮਤਲਬ ਕਿ ਪਿੰਡ ਪੰਚਾਇਤ ਹੁੰਦੀ ਹੈ। ਪੰਚਾਇਤ ਪਿੰਡ ਦੀ ਸਥਾਨਕ ਸਰਕਾਰ ਹੈ। ਇਸ ਤੋਂ ਉੱਪਰ ਪੰਚਾਇਤ ਸਮਿਤੀ ਅਤੇ ਸਿਖਰ ਤੇ ਜ਼ਿਲ੍ਹਾ ਪਰਿਸ਼ਦ ਹੁੰਦੀ ਹੈ। ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਅਤੇ ਗ੍ਰਾਮ ਪੰਚਾਇਤ ਦੇ ਵਿਚਕਾਰ ਕੜੀ ਦਾ ਕੰਮ ਕਰਦੀ ਹੈ। ਭਾਰਤ ਦੀ ਇਸ ਸਥਾਨਕ ਸਰਕਾਰ ਦੀ ਰੂਪਰੇਖਾ ਨੂੰ ਪੰਚਾਇਤ ਰਾਜ ਕਿਹਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਜਿਹੜੀ ਹੈ ਅੰਗਰੇਜ਼ੀ ਰਾਜ ਤੋਂ ਪਹਿਲਾਂ ਵੀ ਹੁੰਦੀ ਸੀ। ਠੀਕ ਹੈ ਜੀ। ਪੰਚਾਇਤ ਪਿੰਡਾਂ ਦੇ ਵਿੱਚ ਜਿਹੜੇ ਵੀ ਮਾਮਲੇ ਹੁੰਦੇ ਆ, ਜਿੰਨੇ ਵੀ ਕੋਈ ਝਗੜੇ ਸੁਲਝਾਣੇ ਆ ਜਾਂ ਕੁਝ ਵੀ ਕਰਨਾ ਹੈ, ਉਹ ਪਿੰਡਾਂ ਦੇ ਵਿੱਚ ਪੰਚਾਇਤ ਨੂੰ ਕਰਦੀ ਹੈ। ਪੰਚਾਇਤ ਮਤਲਬ ਫੈਸਲੇ ਕਰਦੀ ਹੈ। ਪਿੰਡਾਂ ਦੀ ਬਦਲਦੀ ਨੁਹਾਰ ਅੰਗਰੇਜ਼ੀ ਰਾਜ ਤੋਂ ਪਹਿਲਾਂ ਸਾਡੇ ਦੇਸ਼ ਦੇ ਜਿਹੜੇ ਪਿੰਡ ਸੀ ਉਹ ਆਰਥਿਕ ਪੱਖੋਂ ਆਤਮ ਨਿਰਭਰ ਸੀ। ਅੰਗਰੇਜ਼ੀ ਰਾਜ ਦੇ ਸਮੇਂ ਪਿੰਡਾਂ ਦੀ ਆਰਥਿਕ ਸਥਿਤੀ ਉੱਤੇ ਜਿਹੜਾ ਹੈ ਬਹੁਤ ਹੀ ਮਾੜਾ ਪ੍ਰਭਾਵ ਪਿਆ। ਉਸ ਦੀ ਸਥਿਤੀ ਬਹੁਤ ਹੀ ਖਰਾਬ ਹੋ ਗਈ। ਨੈਕਸਟ ਦੇਖੋ ਬੱਚੇ, ਸਰਕਾਰ ਤੋਂ ਭੂਮੀ ਕਰ ਦੇ ਰੂਪ ਵਿੱਚ ਬਹੁਤ ਧਨ ਇਕੱਠਾ ਕਰਦੀ ਸੀ। ਮਤਲਬ ਜਿਹੜੀ ਸਰਕਾਰ ਸੀ ਅੰਗਰੇਜ਼ੀ ਸਰਕਾਰ ਕਿਸਾਨਾਂ ਤੋਂ ਬਹੁਤ ਜ਼ਿਆਦਾ ਕਰ ਇਕੱਠਾ ਕਰਦੀ ਸੀ। ਉਹਨਾਂ ਦੀਆਂ ਆਰਥਿਕ ਨੀਤੀਆਂ ਕਾਰਨ ਪਿੰਡਾਂ ਦੀ ਸਥਿਤੀ ਬਹੁਤ ਡਾਵਾਂਡੋਲ ਹੋ ਗਈ, ਜਿਸ ਕਾਰਨ ਪਿੰਡ ਜਿਹੜੇ ਸੀ ਆਤਮ ਨਿਰਭਰਤਾ ਨੂੰ ਉਹਨਾਂ ਦੀ ਗਹਿਰੀ ਚੋਟ ਲੱਗੀ। ਮਤਲਬ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਇੰਨਾ ਲੁੱਟ ਖਸੁੱਟ ਕੀਤੀ ਕਿ ਉਹਨਾਂ ਦੀ ਆਰਥਿਕ ਸਥਿਤੀ ਤੇ ਗਹਿਰੀ ਚੋਟ ਲੱਗੀ। ਆਜ਼ਾਦੀ ਤੋਂ ਪਿੱਛੋਂ ਪਿੰਡਾਂ ਦੀ ਹਾਲਤ ਸੁਧਰਨ ਜਿਹੜੀ ਹੈ ਲੱਗੀ। ਭਾਰਤ ਸਰਕਾਰ ਨੇ ਪਿੰਡਾਂ ਵਿੱਚੋਂ ਅਨਪੜ੍ਹਤਾ, ਗਰੀਬੀ ਅਤੇ ਬਿਮਾਰੀ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ। ਵਿਦਿਆ ਲਈ ਸਕੂਲ ਅਤੇ ਕਾਲਜ ਖੋਲ੍ਹੇ ਗਏ। 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਣ ਲੱਗੀ। ਵਡੇਰੀ ਉਮਰ ਦੇ ਅਨਪੜ੍ਹ ਜਨਤਾ ਲਈ ਬਾਲਗ ਵਿਦਿਆ ਕੇਂਦਰ ਸਥਾਪਿਤ ਕੀਤੇ ਗਏ। ਪਿੰਡਾਂ ਦੇ ਖੇਤੀਬਾੜੀ ਦੇ ਵਿਕਾਸ ਅਤੇ ਉੱਨਤੀ ਲਈ ਖੇਤੀਬਾੜੀ ਵਿਸ਼ਵ ਵਿਦਿਆਲੇ ਵੀ ਸਥਾਪਿਤ ਕੀਤੇ ਗਏ। ਮਤਲਬ ਖੇਤੀਬਾੜੀ ਵਿਸ਼ਵ ਵਿਦਿਆਲੇ ਬੱਚੇ ਜਿੱਥੇ ਖੇਤੀਬਾੜੀ ਦੇ ਨੂੰ ਹੋਰ ਸੁਧਾਰਨ ਦੇ ਲਈ ਉੱਨਤ ਬੀਜ ਵਗੈਰਾ ਨੂੰ ਮਤਲਬ ਵਿਕਸਿਤ ਕਰਨ ਦਾ ਉੱਥੇ ਪ੍ਰਯੋਗ ਕੀਤੇ ਜਾਂਦੇ ਸੀ। ਪੰਜਾਬ ਵਿੱਚ ਅਜਿਹਾ ਖੇਤੀਬਾੜੀ ਵਿਸ਼ਵ ਵਿਦਿਆਲੇ ਲੁਧਿਆਣਾ ਵਿੱਚ ਹੈ। ਆਪਣੇ ਲੁਧਿਆਣੇ ਦੇ ਵਿੱਚ ਹੀ ਇੱਥੇ ਜਿੱਥੇ ਖੇਤੀਬਾੜੀ ਕਿੱਤੇ ਦੀ ਤਰੱਕੀ ਲਈ ਵੱਖ-ਵੱਖ ਫਸਲਾਂ ਦੀ ਉੱਤਮ ਕਿਸਮ ਦੇ ਬੀਜਾਂ ਦੀ ਖੋਜ ਕੀਤੀ ਜਾ ਰਹੀ ਹੈ। ਲੁਧਿਆਣੇ ਦੇ ਵਿੱਚ ਇਹ ਕਾਲਜ ਤੇ ਜਿੱਥੇ ਕੀ ਹੈ ਉੱਤਮ ਕਿਸਮ ਦੇ ਬੀਜਾਂ ਤੇ ਫਸਲਾਂ ਦੀ ਜਿਹੜੀ ਖੋਜ ਕੀਤੀ ਜਾਂਦੀ ਹੈ ਹਰ ਸਾਲ।
ਕਿਸਾਨਾਂ ਲਈ ਸਾਲ ਵਿੱਚ ਇੱਕ ਵਾਰੀ ਨੁਮਾਇਸ਼ ਲਗਾਈ ਜਾਂਦੀ ਹੈ। ਨੁਮਾਇਸ਼ ਦਾ ਬੱਚੇ ਦਾ ਮਤਲਬ ਹੈ ਐਗਜ਼ੀਬਿਸ਼ਨ, ਜਿਸ ਵਿੱਚ ਖੇਤੀਬਾੜੀ ਵਿਗਿਆਨੀ ਜਿਹੜੇ ਹੈ ਕਿਸਾਨਾਂ ਨੂੰ ਉન્નਤ ਖੇਤੀ ਲਈ ਹਰ ਸੰਭਵ ਅਗਵਾਈ ਦਿੰਦੇ ਹਨ। ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ ਅਤੇ ਫਸਲਾਂ ਲਈ ਲੋੜੀਂਦਾ ਕੀਟਨਾਸ਼ਕ ਮਤਲਬ ਕੀਟਨਾਸ਼ਕ ਦਵਾਈਆਂ ਦੀ ਵਿਤਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਸ ਕਾਰਨ ਫਸਲਾਂ ਦੀ ਉਪਜ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਆਜ਼ਾਦੀ ਪਿੱਛੋਂ ਭਾਰਤ ਸਰਕਾਰ ਨੇ ਮੁਰੱਬੇਬੰਦੀ ਕਰਕੇ ਕਿਸਾਨਾਂ ਦੀ ਭੂਮੀ ਦੇ ਛੋਟੇ-ਛੋਟੇ ਟੁਕੜਿਆਂ ਨੂੰ ਇਕੱਠਾ ਕਰ ਦਿੱਤਾ ਹੈ ਤਾਂ ਕਿ ਖੇਤੀ ਦਾ ਮਸ਼ੀਨਰੀਕਰਨ ਕੀਤਾ ਜਾ ਸਕੇ। ਜੇ ਬੱਚੇ ਖੇਤ ਆਪਣੇ ਛੋਟੇ-ਛੋਟੇ ਹੋਊਗੇ ਤੇ ਉਹਦੇ ਵਿੱਚ ਆਪਾਂ ਜਿਹੜੀ ਹੈ ਮਸ਼ੀਨ ਦੇ ਨਾਲ ਕੋਈ ਵੀ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ। ਤੇ ਆਜ਼ਾਦੀ ਤੋਂ ਬਾਅਦ ਕੀ ਕੀਤਾ ਹੈ ਸਰਕਾਰ ਨੇ, ਇਸ ਚੀਜ਼ ਵੱਲ ਧਿਆਨ ਦਿੱਤਾ ਹੈ ਤੇ ਉਹਨਾਂ ਨੇ ਛੋਟੇ-ਛੋਟੇ ਖੇਤ ਜਿਹੜੇ ਹੈ ਇਕੱਠੇ ਕਰ ਦਿੱਤੇ ਤਾਂ ਕਿ ਖੇਤੀਬਾੜੀ ਦੇ ਵਿੱਚ ਮਸ਼ੀਨੀਕਰਨ ਕੀਤਾ ਜਾ ਸਕੇ। ਆਜ਼ਾਦ ਭਾਰਤ ਵਿੱਚ ਪਿੰਡਾਂ ਦੇ ਸੁਧਾਰ ਲਈ ਸਰਕਾਰ ਵੱਲੋਂ ਇਸਤਰੀ ਵਿੱਦਿਆ ਦੇ ਵਿਕਾਸ ਲਈ ਲੜਕੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦੀ ਸਿਹਤ ਭਲਾਈ ਲਈ ਪ੍ਰਾਇਮਰੀ ਸਿਹਤ ਕੇਂਦਰ ਜਿਹੜਾ ਹੈ ਖੋਲ੍ਹੇ ਗਏ ਹਨ, ਜਿੱਥੇ ਪੇਂਡੂ ਜਨਤਾ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਮਿਲਦੀ ਹੈ। ਆਧੁਨਿਕ ਪਿੰਡਾਂ ਦੀ ਪ੍ਰਬੰਧੀ ਸਮਾਜਿਕ ਅਤੇ ਆਰਥਿਕ ਸਥਿਤੀ ਬਹੁਤ ਸੁਧਰ ਗਈ ਹੈ। ਮਤਲਬ ਹੁਣ ਜਿਹੜੇ ਪਿੰਡ ਹੈ ਉਹਨਾਂ ਦੀ ਆਰਥਿਕ ਸਥਿਤੀ, ਸਮਾਜਿਕ ਸਥਿਤੀ ਇਹਨਾਂ ਵਿੱਚ ਕਾਫੀ ਜਿਹੜਾ ਹੈ ਸੁਧਾਰ ਆ ਗਿਆ ਹੈ। ਸਰਕਾਰ ਦੀ ਸਹਾਇਤਾ ਨਾਲ ਫਸਲਾਂ ਦੇ ਮੰਡੀਕਰਨ ਲਈ ਦੇਸ਼ ਦੇ ਸਾਰੇ ਪਿੰਡਾਂ ਨੂੰ ਪਹੁੰਚ ਮਾਰਗਾਂ ਰਾਹੀਂ ਰਾਜ ਮਾਰਗਾਂ ਨਾਲ ਜੋੜਨ ਦੇ ਯਤਨ ਕੀਤੇ ਗਏ ਹਨ। ਮਤਲਬ ਪਿੰਡਾਂ ਦੇ ਵਿੱਚ ਸੜਕਾਂ ਬਣਾਈਆਂ ਗਈਆਂ ਹਨ ਪ੍ਰੋਪਰ, ਜਿਸ ਦੇ ਨਾਲ ਮੰਡੀਕਰਨ ਦੇ ਵਿੱਚ ਆਪਣੀ ਉਹ ਫਸਲ ਲੈ ਕੇ ਜਾ ਸਕਦੇ। ਪਿੰਡਾਂ ਵਾਲੇ ਜਿਹੜੇ ਹੈ ਕਿਸਾਨ ਆਪਣੀ ਫਸਲ ਆਪਣੀ ਮੰਡੀ ਦੇ ਵਿੱਚ ਲੈ ਕੇ ਜਾਣ ਦੀ ਉਹਨਾਂ ਨੂੰ ਸਹਾਇਤਾ ਮਿਲੀ ਹੈ ਸੜਕਾਂ ਬਣਨ ਕਰਕੇ। ਕੇਂਦਰ ਅਤੇ ਰਾਜ ਸਰਕਾਰ ਦੁਆਰਾ ਪਿੰਡਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਅਤੇ ਲੋਕਾਂ ਨੂੰ ਸ਼ਹਿਰਾਂ ਵਿੱਚ ਜਾਣ ਤੋਂ ਰੋਕਣ ਲਈ ਲਘੂ ਉਦਯੋਗਾਂ ਲਈ ਸਸਤੇ ਦਰ ਤੇ ਕਰਜ਼ੇ ਦਿੱਤੇ ਗਏ। ਲਘੂ ਉਦਯੋਗ ਹੁੰਦੇ ਬੱਚੇ ਛੋਟੇ ਉਦਯੋਗ। ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਅਤੇ ਬਿਜਲੀਕਰਨ ਕਰਨ ਲਈ ਹਰ ਜਿਹੜੀ ਹੈ ਸੰਭਵ ਸਹਿਕਾਰੀ ਖੇਤਰੀ ਅਤੇ ਸਹਿਕਾਰੀ ਬੈਂਕਾਂ ਨੇ ਖੁੱਲ੍ਹਣ ਨਾਲ ਵੀ ਕਿਸਾਨਾਂ ਦੀ ਆਰਥਿਕ ਸਥਿਤੀ ਜਿਹੜੀ ਹੈ ਬਹੁਤ ਸੁਧਰ ਗਈ ਹੈ। ਸਹਿਕਾਰੀ ਬੈਂਕਾਂ ਦੇ ਖੁੱਲ੍ਹਣ ਨਾਲ ਪੇਂਡੂ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਪੰਜੇ ਤੋਂ ਛੁਟਕਾਰਾ ਮਿਲ ਗਿਆ ਹੈ। ਪਹਿਲੇ ਲੋਕ ਵਿਆਜ ਪੈਸਾ ਲੈਣ ਲਈ ਸ਼ਾਹੂਕਾਰਾਂ ਦੇ ਕੋਲ ਜਾਂਦੇ ਸੀ, ਹੁਣ ਕੀ ਕਰਦੇ ਹੈ ਲੋਕ ਬੈਂਕ ਕੋਲ ਜਾਂਦੇ ਹੈ ਕਿ ਉਹਨਾਂ ਨੇ ਅਗਰ ਲੋਨ ਲੈਣਾ ਹੈ। ਪਰੰਤੂ ਅੱਜ ਵੀ ਪੰਜਾਬ ਦੇ ਕੁਝ ਕਿਸਾਨ ਖੇਤੀ ਦੇ ਮਸ਼ੀਨਰੀਕਰਨ ਹੋ ਜਾਣ ਕਾਰਨ ਕਰਜ਼ੇ ਥੱਲੇ ਦੱਬੇ ਹੋਏ ਹਨ। ਲੇਕਿਨ ਕਹਿੰਦਾ ਹਜੇ ਵੀ ਸਥਿਤੀ ਇੰਨੀ ਵੀ ਵਧੀਆ ਨਹੀਂ ਹੋਈ, ਕਿਉਂਕਿ ਜਿਹੜੇ ਕਿਸਾਨ ਹੈ ਮਸ਼ੀਨਰੀਕਰਨ, ਹੁਣ ਉਹਨੂੰ ਨਵੀਂ ਮਸ਼ੀਨਰੀ ਆ ਗਈ, ਉਹਨੂੰ ਲੈਣ ਲਈ ਪੈਸਾ ਚਾਹੀਦਾ ਹੈ, ਉਹ ਫਿਰ ਬੈਂਕ ਦੇ ਕਰਜ਼ੇ ਥੱਲੇ ਆ ਜਾਂਦੇ ਹਨ। ਪਿੰਡਾਂ ਦੀ ਇਸ ਬਦਲਦੀ ਨੁਹਾਰ ਵਿੱਚ ਸਥਾਨਕ ਲੋਕਾਂ ਦੀ ਸਹਿਯੋਗਤਾ ਅਤੇ ਭਾਗੀਦਾਰੀ ਦਾ ਬਹੁਤ ਵੱਡਾ ਹੱਥ ਹੈ। ਸਾਡੇ ਦੇਸ਼ ਦੇ ਪਿੰਡਾਂ ਵਿੱਚ ਪੰਚਾਇਤੀ ਰਾਜ ਬਹੁਤ ਲੰਬੇ ਸਮੇਂ ਤੋਂ ਚਲਾ ਆ ਰਿਹਾ ਹੈ। ਆਜ਼ਾਦੀ ਮਿਲਣ ਤੋਂ ਪਿੱਛੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੀ ਪੰਚਾਇਤੀ ਰਾਜ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਸੀ। ਹੁਣ ਬੱਚੇ ਆਪਾਂ ਪੜਾਂਗੇ ਪੰਚਾਇਤੀ ਰਾਜ ਕੀ ਹੈ। ਸਥਾਨਕ ਸ਼ਾਸਨ ਪੇਂਡੂ। ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਹੋਰ ਵੀ ਬਹੁਤ ਲੋਕ ਰਹਿੰਦੇ ਹਨ ਜਿਨ੍ਹਾਂ ਦੀਆਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ, ਜ਼ਰੂਰੀ ਸਹੂਲਤਾਂ ਅਤੇ ਵਿਕਾਸ ਲਈ ਉੱਥੇ ਸਥਾਨਕ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਲੋਕ ਆਪਣੇ ਖੇਤਰ ਦਾ ਪ੍ਰਬੰਧ ਚਲਾਉਣ ਲਈ ਆਪਣੇ ਵਿੱਚੋਂ ਹੀ ਕੁਝ ਪ੍ਰਤੀਨਿਧ ਜਿਹੜਾ ਹੈ ਚੁਣਦੇ ਹਨ। ਅਜਿਹੇ ਪ੍ਰਤੀਨਿਧੀਆਂ ਦੁਆਰਾ ਚਲਾਈ ਜਾਣ ਵਾਲੀ ਸਰਕਾਰ ਨੂੰ ਸਥਾਨਕ ਸਵੈ ਸ਼ਾਸਨ ਜਾਂ ਸਥਾਨਕ ਸਰਕਾਰ ਕਿਹਾ ਜਾਂਦਾ ਹੈ।
ਸਥਾਨਕ ਸਵੈ ਸ਼ਾਸਨ ਤੋਂ ਭਾਵ ਹੈ ਇਲਾਕੇ ਦੇ ਸਥਾਨਕ ਲੋਕਾਂ ਦੁਆਰਾ ਆਪਣੇ ਸਥਾਨ ਦਾ ਸ਼ਾਸਨ ਪ੍ਰਬੰਧ ਆਪ ਚਲਾਉਣਾ। ਠੀਕ ਹੈ ਜੀ। ਹੁਣ ਉਹ ਕੀ ਕਹਿ ਰਿਹਾ ਕਿ ਪਿੰਡ ਭਾਰਤੀ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਹੈ। ਪਿੰਡ ਕੀ ਹੈ? ਸਭ ਤੋਂ ਛੋਟੀ ਇਕਾਈ ਹੈ। ਨੈਕਸਟ ਦੇਖੋ ਜੀ, ਕਿਸੇ ਵੀ ਸਥਾਨ ਤੇ ਰਹਿਣ ਵਾਲੇ ਲੋਕ ਆਪਣੀਆਂ ਸਥਾਨਕ ਲੋੜਾਂ ਲਈ ਅਤੇ ਮੁਸ਼ਕਿਲਾਂ ਤੋਂ ਭਲੀ ਭਾਂਤ ਜਾਣੂ ਹੁੰਦੇ ਹਨ। ਉਦਾਹਰਨ ਵਜੋਂ ਹੁਣ ਤੁਸੀਂ ਇਹਨੂੰ ਉਦਾਹਰਨ ਤੋਂ ਸਮਝੋ। ਸਕੂਲ ਦਾ ਸ਼ਾਸਨ ਪ੍ਰਬੰਧ ਕੌਣ ਚਲਾਉਂਦਾ ਹੈ? ਮੁੱਖ ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਚਲਾਉਂਦੇ ਹਨ। ਜੇ ਅਗਰ ਜਿਵੇਂ ਕਿ ਸਕੂਲ ਦੇ ਵਿੱਚ ਕੋਈ ਰੂਲ ਲਾਗੂ ਕੀਤਾ ਗਿਆ ਮੁੱਖ ਅਧਿਆਪਕ ਦੁਆਰਾ, ਉਹਦਾ ਕਿਹਦੇ ਉੱਤੇ ਲਾਗੂ ਹੋਣਾ? ਉਹ ਬੱਚਿਆਂ ਦੁਆਰਾ, ਕਿ ਬੱਚੇ ਉਸ ਨੂੰ ਜਿਹੜਾ ਹੈ ਚਲਾਉਣ ਵੀ, ਮੰਨਣ ਵੀ। ਸਕੂਲ ਵਿੱਚ ਹਰ ਕਲਾਸ ਦੇ ਮੋਨੀਟਰ ਦਾ ਫਰਜ਼ ਕੀ ਹੈ? ਆਪਣੀ ਕਲਾਸ ਵਿੱਚ ਅਧਿਆਪਕ ਦੀ ਗੈਰ ਹਾਜ਼ਰੀ ਵਿੱਚ ਅਨੁਸ਼ਾਸਨ ਕਾਇਮ ਰੱਖਣਾ। ਮੋਨੀਟਰ ਇਸ ਲਈ ਬੁਲਾਇਆ ਜਾਂਦਾ ਨਾ, ਅਧਿਆਪਕ ਬੱਚਿਆਂ ਵਿੱਚ ਕੰਮ ਦੀ ਵੰਡ ਕਰਦੇ ਹਨ। ਬੱਚਿਆਂ ਦੇ ਵੱਖ-ਵੱਖ ਗਰੁੱਪਾਂ ਨੂੰ ਵੱਖ-ਵੱਖ ਤਰ੍ਹਾਂ ਦੀ ਡਿਊਟੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰ ਰਾਹੀਂ ਲੋਕ ਇੱਕ ਦੂਜੇ ਦੇ ਸਹਿਯੋਗ ਨਾਲ, ਮਤਲਬ ਇੱਕ ਦੂਜੇ ਦੀ ਹੈਲਪ ਨਾਲ ਆਪਣੇ ਪਿੰਡ ਦੀਆਂ ਲੋੜਾਂ ਅਨੁਸਾਰ ਆਪਣਾ ਸ਼ਾਸਨ ਪ੍ਰਬੰਧ ਚਲਾਉਂਦੇ ਹਨ। ਕਿ ਹਰ ਇੱਕ ਬੰਦੇ ਨੂੰ ਇੱਕ ਦੂਜੇ ਦੀ ਲੋੜ ਹੈ ਤੇ ਉਹ ਲੋੜ ਦੇ ਮੁਤਾਬਿਕ ਕੀ ਕਰਦੇ ਆ? ਆਪਣਾ ਸ਼ਾਸਨ ਪ੍ਰਬੰਧ ਚਲਾਉਂਦੇ ਹਨ। ਹੁਣ ਦੇਖੋ ਬੱਚੇ, ਪੇਂਡੂ ਸਥਾਨਕ ਸਰਕਾਰ ਦੀਆਂ ਸੰਸਥਾਵਾਂ ਕਿਹੜੀਆਂ ਹੈ? ਪਹਿਲੇ ਕੀ ਹੈ? ग्राम पंचायत, पंचायत समिति और जिला परिषद। पेंडू स्थानक शासन दीयां 3 संस्थावां हन। पिंड पद्धर ते पिंड पंचायतां हन। इस तो उपर पंचायतां दे काम दी निगरानी अते विकास लई पंचायत समितियां हन। सब तो शिखर दी कड़ी जिला परिषद है। मतलब जिला परिषद सब तो उपर है। पहले ग्राम पंचायत, फिर पंचायत समिति, फिर बाद चो जिला परिषद, जो कि हर जिले की स्थानक सरकार के कामां की देखभाल जी है करती है। हुण ग्राम पंचायत देखो, हरेक पिंड जिस दी जनसंख्या कितनी होएगी? 200 तो वध होवे दे स्थानक कामां लई ग्राम पंचायत बनाई जाती है। पिंड दे 18 साल तो वध उम्र वाले व्यक्ति ग्राम पंचायत की चोण विच हिस्सा लेंदे हैं। जो चोण होनी है, इलैक्शन होने, 18 साल तो वध वाला व्यक्ति जिहड़ा है उहदे विच हिस्सा लै सकदा है। ग्राम सभा के सारे मैंबरां दे नाम पिंड दे वोटर सूची विच हुंदे हन। देखो, ग्राम सभा चुनती है, ग्राम पंचायत सरपंच फिर पंच, यह सारे मैंबर वोट पा के अपने पिंड की पंचायत के मैंबरां अते सरपंच की चोण करते हाँ। ग्राम पंचायत की चोण लड़न लई घट्टो घट्ट उम्र 21 साल की होनी चाहिए है। ठीक है जी। वोटिंग पाने के लिए 18 साल की उम्र। ठीक है। जे किसी बंदे ने वोट करनी है वो किन्ने साल की? 18 साल की घट्टो घट्ट उम्र होनी चाहिए। अगर उन्हें चोण दे विच खड़े होना है तो 21 साल। पंचायत, ग्राम पंचायत की चोण दे विच जनसंख्या के आधार पर पंजाब विच पिंड पंचायत के मैंबरां की गिनती 5 तो लैके 13 तक हो सकती है। मतलब जिद्दां दी जनसंख्या होएगी किसी पिंड दे विच उद्दां दी उनकी गिनती हो जाएगी पंचायत के मैंबरां की। पंचायत की चोण जिहड़ी है समय औरतां, पिछड़ियां अते अनुसूचित जातियां दीयां सीटां जिहड़ियां राखवियां रखियां गईयां हन। 1992 तो नवें बनाए गए केंद्रीय अते राज कानून के आधार पर पंचायत के कुल मैंबरां का तीसरा हिस्सा जिहड़ा है वो इस्त्री मैंबरां का होना जरूरी है। ठीक है जी। कि हुण महिला लई, इस्त्रियां दे लई सीट जिहड़ी है रिजर्व रखी गई है। देखो, आप जो कभी गए होंगे तुसीं अपने पेरेंट्स के नाल वोटिंग के लिए, कुछ इस तरह होंदा है। ठीक है। अजकल इलैक्ट्रिक हो गया,
ਵੋਟਿੰਗ ਸਿਸਟਮ। ਹੁਣ ਦੇਖੋ ਬੱਚੇ, ਪੰਚਾਇਤ ਦੇ ਪ੍ਰਧਾਨ ਭਾਵ ਸਰਪੰਚ ਦੀ ਚੋਣ ਵੀ ਗ੍ਰਾਮ ਸਭਾ ਦੁਆਰਾ ਸਿੱਧੀ ਕੀਤੀ ਜਾਂਦੀ ਹੈ। ਸਰਪੰਚ ਪਿੰਡ ਦੀ ਪੰਚਾਇਤ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ। ਪੰਚਾਇਤ ਦੇ ਕੰਮਾਂ ਦੀ ਸਹਾਇਤਾ ਲਈ ਇੱਕ ਸਰਕਾਰੀ ਕਰਮਚਾਰੀ ਵੀ ਹੁੰਦਾ ਹੈ, ਜਿਸ ਨੂੰ ਪੰਚਾਇਤ ਸਕੱਤਰ ਕਹਿੰਦੇ ਹਨ। ਪੰਚਾਇਤ ਸਕੱਤਰ ਪੰਚਾਇਤ ਦੀ ਆਮਦਨ ਅਤੇ ਖਰਚ ਦਾ ਹਿਸਾਬ ਕਿਤਾਬ ਜਿਹੜਾ ਹੈ ਰੱਖਦਾ ਹੈ। ਇਹ ਪੰਚਾਇਤ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਬਲਾਕ ਪੰਚਾਇਤ ਅਫਸਰ ਨੂੰ ਦਿੰਦਾ ਹੈ। ਠੀਕ ਹੈ ਬੱਚੇ। ਨੈਕਸਟ ਜਿਹੜਾ ਹੈ ਪਾਰਟ ਰਹਿ ਗਿਆ, ਆਪਾਂ ਅਗਲੀ ਆਪਣੀ ਵੀਡੀਓ 'ਚ ਨੈਕਸਟ ਵੀਡੀਓ 'ਚ ਕਰਾਂਗੇ।